ਪਿਆਰੇ ਬੱਚਿਓ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਰਨ ਜਾ ਰਹੇ ਹਾਂ ਤੁਹਾਡੀ ਜਮਾਤ 10ਵੀਂ ਦਾ ਪਾਠ 13 ਭਾਰਤੀ ਲੋਕਤੰਤਰ ਦਾ ਸਰੂਪ ਭਾਗ ਚੌਥਾ। ਪਿਆਰੇ ਬੱਚਿਓ, ਇਸ ਭਾਗ ਦੇ ਵਿੱਚ ਅਸੀਂ ਭਾਰਤ ਵਿੱਚ ਰਾਜਨੀਤਿਕ ਦਲਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਭਾਰਤ ਵਿੱਚ ਰਾਜਨੀਤਿਕ ਦਲ। ਸਭ ਤੋਂ ਪਹਿਲੇ ਅਸੀਂ ਦੇਖਾਂਗੇ ਆਜ਼ਾਦੀ ਤੋਂ ਪੂਰਵ ਭਾਵ ਆਜ਼ਾਦੀ ਤੋਂ ਪਹਿਲਾਂ। ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ 4 ਰਾਜਨੀਤਿਕ ਦਲ ਸੀ: ਕਾਂਗਰਸ, ਮੁਸਲਿਮ ਲੀਗ, ਹਿੰਦੂ ਮਹਾਸਭਾ ਤੇ ਕਮਿਊਨਿਸਟ ਪਾਰਟੀ। ਕਾਂਗਰਸ ਦੀ ਸਥਾਪਨਾ 1885 ਈਸਵੀ ਦੇ ਵਿੱਚ ਮਿਸਟਰ ਏ.ਓ. ਹਿਊਮ ਨੇ ਕੀਤੀ। ਮੁਸਲਿਮ ਲੀਗ ਦੀ ਸਥਾਪਨਾ 1906 ਈਸਵੀ ਵਿੱਚ ਸਰ ਸੈਯਦ ਅਹਿਮਦ ਖਾਂ ਅਤੇ ਆਗਾ ਖਾਂ ਦੀ ਅਗਵਾਈ ਵਿੱਚ ਹੋਈ। ਹਿੰਦੂ ਮਹਾਸਭਾ ਦੀ ਸਥਾਪਨਾ 1907 ਈਸਵੀ ਵਿੱਚ ਕੀਤੀ ਗਈ ਤੇ ਕਮਿਊਨਿਸਟ ਪਾਰਟੀ ਦੀ ਸਥਾਪਨਾ 1924 ਈਸਵੀ ਦੇ ਵਿੱਚ ਕੀਤੀ ਗਈ। ਆਜ਼ਾਦੀ ਤੋਂ ਪੂਰਵ ਦਲਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੁਣ ਅਸੀਂ ਪੜ੍ਹਾਂਗੇ ਭਾਰਤ ਵਿੱਚ ਰਾਜਨੀਤਿਕ ਦਲ ਆਜ਼ਾਦੀ ਤੋਂ ਬਾਅਦ। ਆਜ਼ਾਦੀ ਤੋਂ ਬਾਅਦ ਕਮਿਊਨਿਸਟ ਪਾਰਟੀ ਦੇ 2 ਹਿੱਸੇ ਹੋ ਗਏ। 1964 ਈਸਵੀ ਦੇ ਵਿੱਚ ਕਮਿਊਨਿਸਟ ਪਾਰਟੀ 2 ਭਾਗਾਂ ਵਿੱਚ ਵੰਡੀ ਗਈ: ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ। ਉਸ ਤੋਂ ਬਾਅਦ 1952 ਈਸਵੀ ਦੇ ਵਿੱਚ ਵੀ ਭਾਰਤੀ ਜਨਸੰਘ ਪਾਰਟੀ ਦੀ ਸਥਾਪਨਾ ਹੋਈ। 1974 ਈਸਵੀ ਦੇ ਵਿੱਚ ਲੋਕ ਦਲ ਦੀ ਸਥਾਪਨਾ ਕੀਤੀ ਗਈ। 1977 ਈਸਵੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ ਤੇ 1988 ਈਸਵੀ ਦੇ ਵਿੱਚ ਜਨਤਾ ਦਲ ਦੀ ਸਥਾਪਨਾ ਕੀਤੀ ਗਈ। ਪਿਆਰੇ ਬੱਚਿਓ, ਅਸੀਂ ਹੁਣ ਦੇਖ ਰਹੇ ਹਾਂ ਰਾਸ਼ਟਰੀ ਰਾਜਨੀਤਿਕ ਦਲ। ਤੁਹਾਡੇ ਸਾਹਮਣੇ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਿਸ਼ਾਨ ਨੇ, ਜਿਹੜੇ ਚੋਣ ਨਿਸ਼ਾਨ ਨੇ, ਉਹਨਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਆਓ ਆਪਾਂ ਕੁਝ ਕੁ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਤੁਸੀਂ ਤਸਵੀਰ ਦੇਖ ਰਹੇ ਹੋ, ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਇਹ ਕਿਹੜੇ ਪਾਰਟੀ ਦਾ ਚੋਣ ਨਿਸ਼ਾਨ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ। ਵੈਰੀ ਗੁੱਡ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1885 ਈਸਵੀ ਵਿੱਚ ਬ੍ਰਿਟਿਸ਼ ਅਧਿਕਾਰੀ ਏ.ਓ. ਹਿਊਮ ਨੇ ਕੀਤੀ। ਇਸ ਦੀ ਅਗਵਾਈ ਹੇਠ ਹੀ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਲੜਾਈ ਲੜੀ, ਜਿੱਤੀ ਤੇ ਦੇਸ਼ ਨੂੰ 15 ਅਗਸਤ 1947 ਨੂੰ ਆਜ਼ਾਦ ਕਰਵਾ ਦਿੱਤਾ। ਆਓ ਦੇਖੀਏ ਕਾਂਗਰਸ ਦਲ ਦੀ ਵਿਚਾਰਧਾਰਾ। ਸਭ ਤੋਂ ਪਹਿਲਾਂ ਹੈ ਸਮਾਜਵਾਦ ਦੀ ਸਥਾਪਨਾ। ਕਾਂਗਰਸ ਦਲ ਸਮਾਜਵਾਦ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਦਾ ਭਾਵ ਹੈ ਕਿ ਅਮੀਰ ਗਰੀਬ ਦਾ ਕੋਈ ਵੀ ਅੰਤਰ ਨਹੀਂ ਹੋਣਾ ਚਾਹੀਦਾ। ਖੇਤੀ ਦਾ ਆਧੁਨਿਕਰਨ, ਭਾਵ ਖੇਤੀ ਦੇ ਵਿੱਚ ਨਵੀਆਂ ਮਸ਼ੀਨਾਂ, ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਖੇਤੀ ਦਾ ਵਿਕਾਸ ਕਰਨਾ। ਉਦਯੋਗਿਕ ਖੇਤਰ ਦੇ ਵਿੱਚ ਵਿਕਾਸ, ਇਸ ਦਾ ਭਾਵ ਹੈ ਕਿ ਉਦਯੋਗਾਂ ਨੂੰ ਪ੍ਰਬੰਧਕੀ ਤੇ ਕਾਨੂੰਨੀ ਕੰਟਰੋਲ ਤੋਂ ਮੁਕਤ ਕਰਨਾ, ਘਰੇਲੂ ਉਦਯੋਗਾਂ ਨੂੰ ਸਹਾਇਤਾ ਦੇਣੀ ਤੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਦੇਣੀ। ਗਰੀਬੀ ਘਟਾਉਣੀ। ਵਿੱਦਿਅਕ ਪ੍ਰਣਾਲੀ ਵਿੱਚ ਸੁਧਾਰ। ਕਾਂਗਰਸ ਦਾ ਵੀ ਇਹ ਵਿਚਾਰ ਸੀ ਕਿ ਹਰ ਘਰ ਦੇ ਵਿੱਚ ਵਿੱਦਿਆ ਦਾ ਪ੍ਰਸਾਰ ਹੋਣਾ ਚਾਹੀਦਾ ਹੈ ਤੇ ਵਿੱਦਿਅਕ ਪ੍ਰਣਾਲੀ ਦੇ ਵਿੱਚ ਵੀ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਗੁੱਟ ਨਿਰਲੇਪਤਾ ਵਿੱਚ ਵਿਸ਼ਵਾਸ। ਕਾਂਗਰਸ ਪਾਰਟੀ ਵੀ ਕਿਸੇ ਵੀ ਸੈਨਿਕ ਗੁੱਟ ਦਾ ਮੈਂਬਰ ਬਣਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ, ਬਲਕਿ ਇਹ ਕੀ ਹੈ, ਗੁੱਟ ਨਿਰਲੇਪਤਾ ਵਿੱਚ ਹੀ ਵਿਸ਼ਵਾਸ ਕਰਦੀ ਹੈ। ਹੁਣ ਅਸੀਂ ਦੇਖਾਂਗੇ ਅਗਲੀ ਰਾਜਨੀਤਿਕ ਪਾਰਟੀ। ਤੁਸੀਂ ਦੇਖ ਰਹੇ ਹੋ ਚੋਣ ਨਿਸ਼ਾਨ। ਇਹ ਕਿਹੜੀ ਪਾਰਟੀ ਦਾ ਚੋਣ ਨਿਸ਼ਾਨ ਹੈ? ਭਾਰਤੀ ਜਨਤਾ ਪਾਰਟੀ ਦਾ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਈਸਵੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜੀ ਨੇ ਕੀਤੀ। ਅਟਲ ਬਿਹਾਰੀ ਵਾਜਪਾਈ ਜੀ ਨੂੰ ਸਰਬਸੰਮਤੀ ਦੇ ਨਾਲ ਇਸ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ। ਵਿਚਾਰਧਾਰਾ ਦਾ ਅਰਥ ਹੁੰਦਾ ਹੈ ਕਿ ਕੋਈ ਵੀ ਜੋ ਰਾਜਨੀਤਿਕ ਪਾਰਟੀ ਹੈ ਉਹ ਕਿਸ ਤਰ੍ਹਾਂ ਦੇ ਕੰਮ ਕਰੇਗੀ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ। ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਜੋ ਵਰਕਰ ਨੇ ਉਹ ਇਹ ਚਾਹੁੰਦੇ ਨੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਹਮੇਸ਼ਾ ਦੇ ਲਈ ਬਣੀ ਰਹੇ। ਭ੍ਰਿਸ਼ਟਾਚਾਰ ਦਾ ਵਿਰੁੱਧ, ਕਿਸੇ ਕਿਸਮ ਦਾ ਕਿਸੇ ਵੀ ਖੇਤਰ ਦੇ ਵਿੱਚ ਭ੍ਰਿਸ਼ਟਾਚਾਰ ਨਾ ਕੀਤਾ ਜਾਏ। ਧਰਮ ਨਿਰਪੱਖਤਾ ਵਿੱਚ ਵਿਸ਼ਵਾਸ। ਭਾਰਤ ਦੇ ਵਿੱਚ ਕੋਈ ਵੀ ਰਾਜ ਧਰਮ ਨਹੀਂ ਹੈ, ਸਾਰੇ ਧਰਮਾਂ ਨੂੰ ਸਨਮਾਨ ਬਰਾਬਰ ਦਿੱਤਾ ਜਾਂਦਾ ਹੈ। ਲੋਕਤੰਤਰ ਦਾ ਵਿਕਾਸ। ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਲੋਕਤੰਤਰ ਦਾ ਵਿਕਾਸ ਹੋਏਗਾ ਤਾਂ ਹੀ ਸਾਡਾ ਦੇਸ਼ ਤਰੱਕੀ ਦੇ ਰਾਹ ਤੇ ਜਾਏਗਾ। ਹਿੰਸਕ ਰਾਜਨੀਤੀ ਦਾ ਖੰਡਨ, ਭਾਵ ਰਾਜਨੀਤੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਹਿੰਸਾ ਨਹੀਂ ਹੋਣੀ ਚਾਹੀਦੀ। ਤੇ ਸਮਾਜਵਾਦ ਵਿੱਚ ਵਿਸ਼ਵਾਸ। ਸਮਾਜਵਾਦ ਵਿੱਚ ਵਿਸ਼ਵਾਸ ਲਗਭਗ ਹਰ ਪਾਰਟੀ ਹੀ ਰੱਖਦੀ ਹੈ, ਕਿਉਂਕਿ ਅਮੀਰ ਗਰੀਬ ਦਾ ਜੋ ਅੰਤਰ ਹੈ ਇਹ ਇੱਕ ਸਭ ਤੋਂ ਵੱਡੀ ਦੁਖਦ ਘਟਨਾ ਹੁੰਦੀ ਹੈ ਸਾਡੇ ਲਈ, ਤੇ ਅਮੀਰ ਗਰੀਬ ਦੇ ਅੰਤਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਆਓ ਅਸੀਂ ਅੱਗੇ ਦੇਖੀਏ। ਤੁਸੀਂ ਚੋਣ ਨਿਸ਼ਾਨ ਦੇਖ ਰਹੇ ਹੋ ਬੱਚਿਓ। ਇਹ ਕਿਸ ਪਾਰਟੀ ਦਾ ਚੋਣ ਨਿਸ਼ਾਨ ਹੈ? ਭਾਰਤੀ ਕਮਿਊਨਿਸਟ ਪਾਰਟੀ ਦਾ। ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1924 ਈਸਵੀ ਦੇ ਵਿੱਚ ਮਨਵਿੰਦਰ ਨਾਥ ਰਾਏ ਦੁਆਰਾ ਕੀਤੀ ਗਈ। ਉਹਨਾਂ ਨੂੰ ਇਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ।
ਸਭ ਤੋਂ ਪਹਿਲਾਂ ਹੈ ਮਾਰਕਸ ਤੇ ਲੈਨਿਨ ਦੇ ਵਿਚਾਰਾਂ ਦਾ ਸਮਰਥਨ। ਭਾਰਤੀ ਕਮਿਊਨਿਸਟ ਪਾਰਟੀ ਹੈ ਜੋ ਮਾਰਕਸਵਾਦੀ ਤੇ ਲੈਨਿਨਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ, ਭਾਵ ਸਮਾਜਿਕ ਬੁਰਾਈਆਂ, ਆਰਥਿਕ ਬੁਰਾਈਆਂ ਦਾ ਖਾਤਮਾ ਕਰਨ ਦੇ ਪੱਖ ਵਿੱਚ ਹੈ। ਗਰੀਬਾਂ ਨੂੰ ਸ਼ੋਸ਼ਣ ਮੁਕਤ ਕਰਨਾ। ਅਸੀਂ ਦੇਖਦੇ ਹਾਂ ਕਿ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਪਰ ਮਾਰਕਸ ਤੇ ਲੈਨਿਨ ਦਾ ਇਹ ਮੰਨਣਾ ਹੈ ਕਿ ਗਰੀਬਾਂ ਨੂੰ ਸ਼ੋਸ਼ਣ ਨਾ ਕੀਤਾ ਜਾਏ। ਧਰਮ ਨਿਰਪੱਖਤਾ ਵਿੱਚ ਵਿਸ਼ਵਾਸ, ਭਾਵ ਕਿ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਏ। ਸਮਾਜਿਕ ਸਮਾਨਤਾ, ਸਮਾਜ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਭੇਦਭਾਵ ਨਾ ਕੀਤਾ ਜਾਏ। ਆਰਥਿਕ ਸੁਰੱਖਿਆ, ਆਰਥਿਕ ਸੁਰੱਖਿਆ ਦਾ ਕੀ ਅਰਥ ਹੈ ਬੱਚਿਓ, ਕਿ ਹਰ ਘਰ ਦੇ ਵਿੱਚ ਰੋਟੀ ਜ਼ਰੂਰ ਪੱਕਦੀ ਹੋਵੇ, ਹਰੇਕ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਜ਼ਰੂਰ ਪੂਰੀਆਂ ਕੀਤੀਆਂ ਜਾਣ। ਉਸ ਤੋਂ ਬਾਅਦ ਹੈ ਅਸਮਾਨਤਾ, ਜਾਤ ਪਾਤ ਦਾ ਵਿਰੋਧ। ਦੇਸ਼ ਦੇ ਵਿੱਚ ਜਦੋਂ ਸਾਨੂੰ ਸਮਾਨਤਾ ਦਾ ਅਧਿਕਾਰ ਹੀ ਪ੍ਰਾਪਤ ਹੈ ਤਾਂ ਫਿਰ ਅਸਮਾਨਤਾ ਇੱਥੇ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਅਸਮਾਨਤਾ ਦਾ ਵਿਰੋਧ ਤੇ ਜਾਤ ਪਾਤ ਦਾ ਵਿਰੋਧ ਕਰਨਾ। ਉਸ ਤੋਂ ਬਾਅਦ ਹੈ ਸਾਡੇ ਕੋਲ CPIM, ਭਾਵ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਪਿਆਰੇ ਬੱਚਿਓ, ਇਸ ਦੀ ਸਥਾਪਨਾ 1964 ਈਸਵੀ ਦੇ ਵਿੱਚ ਹੋਈ ਸੀ। ਇਹ ਜਿਹੜੀ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਹੈ, ਇਹ ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਤੇ ਫੁੱਟ ਦਾ ਹੀ ਨਤੀਜਾ ਹੈ। ਹੁਣ ਅਸੀਂ ਦੇਖਦੇ ਹਾਂ ਇਸ ਪਾਰਟੀ ਦੀ ਵਿਚਾਰਧਾਰਾ। ਸਭ ਤੋਂ ਪਹਿਲਾਂ ਹੈ ਵਰਗ ਰਹਿਤ ਸਮਾਜ। ਸਾਡਾ ਸਮਾਜ ਕਈ ਵਰਗਾਂ ਵਿੱਚ ਵੰਡਿਆ ਹੋਇਆ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਅਮੀਰ ਵਰਗ ਤੇ ਗਰੀਬ ਵਰਗ, ਇਹੀ ਸਭ ਤੋਂ ਵੱਡੇ ਜਿਹੜੇ ਦੋ ਵਰਗ ਬਣਾਏ ਗਏ ਹਨ। ਤੇ ਕਮਿਊਨਿਸਟ ਪਾਰਟੀ ਹੈ ਜਿਹੜੀ ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ, ਉਹਨਾਂ ਦਾ ਇਹ ਕਹਿਣਾ ਹੈ ਕਿ ਸਮਾਜ ਜਿਹੜਾ ਹੈ ਸਾਡਾ ਉਹ ਵਰਗ ਰਹਿਤ ਹੋਣਾ ਚਾਹੀਦਾ ਹੈ, ਵਰਗਾਂ ਵਿੱਚ ਵੰਡਿਆ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਹੈ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਰਾਖੀ। ਸਾਡਾ ਇੰਨਾ ਵੱਡਾ ਦੇਸ਼ ਹੈ ਪਰ ਫਿਰ ਵੀ ਸਾਡਾ ਦੇਸ਼ ਇੱਕ ਹੈ, ਅਸੀਂ ਸਾਰੇ ਇੱਕ ਹਾਂ ਤੇ ਭਾਰਤ ਦੀ ਏਕਤਾ ਨੂੰ ਬਣਾ ਕੇ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ। ਕਿਸਾਨ ਨੇ ਜਿਹੜੇ ਉਹ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੁੰਦੀ ਹੈ ਉਹਦਾ ਮੁੱਢ ਮੰਨਿਆ ਜਾਂਦਾ ਹੈ, ਤਾਂ ਇਸ ਲਈ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਵਿਦੇਸ਼ੀ ਸ਼ਕਤੀਆਂ ਨੂੰ ਅਸਫਲ ਕਰਨਾ। ਬਹੁਤ ਸਾਰੀਆਂ ਜਿਹੜੀ ਵਿਦੇਸ਼ੀ ਤਾਕਤਾਂ ਨੇ ਉਹ ਸਾਡੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ, ਤੇ ਕਮਿਊਨਿਸਟ ਪਾਰਟੀ ਜਿਹੜੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਵਿਦੇਸ਼ੀ ਸ਼ਕਤੀਆਂ ਨੇ ਇਹਨਾਂ ਨੂੰ ਹਰ ਤਰੀਕੇ ਨਾਲ ਅਸਫਲ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਪੂੰਜੀਵਾਦ ਪ੍ਰਣਾਲੀ ਦਾ ਅੰਤ। ਪੂੰਜੀਵਾਦ ਪ੍ਰਣਾਲੀ ਦਾ ਅੰਤ ਕਰਨ ਦਾ ਮਤਲਬ ਕੀ ਹੈ ਕਿ ਜੋ ਸਾਡੇ ਦੇਸ਼ ਦਾ ਪੈਸਾ ਹੈ ਉਹ ਸਿਰਫ ਅਮੀਰਾਂ ਦੇ ਹੱਥਾਂ ਵਿੱਚ ਇਕੱਠਾ ਨਾ ਹੋਏ, ਧਨ ਦੀ ਬਰਾਬਰ ਵੰਡ ਹੋਣੀ ਜ਼ਰੂਰੀ ਹੈ। ਔਰ ਸਭ ਤੋਂ ਲਾਸਟ ਤੇ ਸਭ ਤੋਂ ਇੰਪੋਰਟੈਂਟ ਹੈ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ, ਕਿ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ, ਜਿਹੜਾ ਵੀ ਰਾਜਨੀਤਿਕ ਦਲ ਹੋਏਗਾ ਉਹ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰੇ। ਉਸ ਤੋਂ ਬਾਅਦ ਹੈ ਸਾਡੇ ਕੋਲ, ਤੁਸੀਂ ਚੋਣ ਨਿਸ਼ਾਨ ਦੇਖ ਰਹੇ ਹੋ, ਇਹ ਕਿਹੜੀ ਪਾਰਟੀ ਦਾ ਚੋਣ ਨਿਸ਼ਾਨ ਹੈ? ਜਨਤਾ ਦਲ ਦਾ। ਜਨਤਾ ਦਲ ਦੀ ਸਥਾਪਨਾ 6 ਨਵੰਬਰ 1990 'ਚ ਕੀਤੀ ਗਈ ਤੇ ਚੰਦਰ ਸ਼ੇਖਰ ਨੂੰ ਇਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਜਨਤਾ ਦਲ ਦੀ ਵਿਚਾਰਧਾਰਾ। ਪਿਆਰੇ ਬੱਚਿਓ, ਲੋਕਤੰਤਰ ਦੇ ਸਮਰਥਕ। ਜੋ ਜਨਤਾ ਦਲ ਦੇ ਵਰਕਰਸ ਨੇ ਉਹ ਲੋਕਤੰਤਰ ਦੇ ਸਮਰਥਕ ਨੇ, ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਦੇ ਵਿੱਚ ਵਿਸ਼ਵਾਸ ਰੱਖਣਾ ਬਹੁਤ ਹੀ ਜ਼ਰੂਰੀ ਹੈ। ਹਰ ਧਰਮ ਦਾ ਆਦਰ ਕਰਨਾ, ਹਰ ਧਰਮ ਨੂੰ ਬਰਾਬਰ ਸਮਝਣਾ ਜ਼ਰੂਰੀ ਹੈ। ਸਮਾਜਵਾਦ ਦਾ ਸਮਰਥਨ, ਕਿ ਸਾਡੇ ਦੇਸ਼ ਦੇ ਵਿੱਚ ਅਮੀਰ ਗਰੀਬ ਦਾ ਕਿਸੇ ਤਰ੍ਹਾਂ ਦਾ ਅੰਤ ਨਹੀਂ ਹੋਣਾ ਚਾਹੀਦਾ। ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਸਾਰੇ ਲੋਕ ਹੀ ਬਰਾਬਰ ਹੋਣੇ ਚਾਹੀਦੇ ਹਨ। ਕਿਸਾਨਾਂ ਦੀ ਹਮਾਇਤ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਿਹੜੇ ਕਿਸਾਨ ਹੈ, ਜੋ ਖੇਤੀਬਾੜੀ ਹੈ, ਉਹ ਸਾਡੇ ਦੇਸ਼ ਦੀ ਅਰਥ ਵਿਵਸਥਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨੀ, ਕਿਸਾਨਾਂ ਦੀ ਹਮਾਇਤ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ। ਤੇ ਗੁੱਟ ਨਿਰਲੇਪਤਾ ਵਿੱਚ ਵਿਸ਼ਵਾਸ। ਬਾਕੀ ਸਭ ਦੀ ਤਰ੍ਹਾਂ ਜਨਤਾ ਦਲ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਕਿਸੇ ਵੀ ਸੈਨਿਕ ਗੁੱਟ ਦਾ ਮੈਂਬਰ ਨਹੀਂ ਹਾਂ। ਅਸੀਂ ਗੁੱਟ ਨਿਰਲੇਪ ਹੋ ਕੇ ਚੱਲਾਂਗੇ, ਗੁੱਟਾਂ ਤੋਂ, ਗਰੁੱਪਿਜ਼ਮ ਤੋਂ ਵੱਖ ਹੋ ਕੇ ਚੱਲਾਂਗੇ। ਤਾਂ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਰਾਸ਼ਟਰੀ ਰਾਜਨੀਤਿਕ ਦਲ ਜਿਨ੍ਹਾਂ ਬਾਰੇ ਅਸੀਂ ਹੁਣੇ ਡਿਸਕਸ ਕੀਤਾ ਹੈ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਤੇ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਡੇਟਸ ਵੀ ਨੋਟ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਇਹਨੂੰ ਸਮਝ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਆਪਾਂ ਅਗਲੇ ਭਾਗ ਦੇ ਵਿੱਚ।